ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਇੱਕ ਹੋਰ ਖਾਸ ਮੁੱਦੇ 'ਤੇ ਗੱਲ ਕਰਨ ਲੱਗਿਆ, ਬੇਰੁਜ਼ਗਾਰੀ ਅਤੇ ਸਰਕਾਰ ਕਿਵੇਂ ਭੁੱਖਿਆਂ ਦੇ ਮੂੰਹੋਂ ਟੁੱਕ ਖੋਹ ਕੇ ਆਪਦਾ ਗੁਜ਼ਾਰਾ ਕਰਦੀ ਆ। ਦੋਸਤੋ, ਕਹਿੰਦੇ ਜਾਂ ਤਾਂ ਹੱਡਬੀਤੀ ਦਾ ਪਤਾ ਹੁੰਦਾ ਅਤੇ ਜਾਂ ਜੱਗਬੀਤੀ ਦਾ। ਅੱਜ ਆਪਾਂ ਹੱਡਬੀਤੀ ਕਰਦੇ ਹਾਂ। ਅਸੀਂ 10+2 ਪਾਸ ਆਊਟ ਹੋਏ ਸੀ 2002 ਦੇ ਵਿੱਚ। ਉਦੋਂ ETT ਨਾਲ ਡਾਟਾ ਵਿੱਚ ਕਰਵਾਈ ਜਾਂਦੀ ਸੀ ਅਤੇ ਉਦੋਂ ਐਡ ਆਈ ਸੀ 2002 ਦੇ ਵਿੱਚ ਕਿ ਸਾਨੂੰ ਡਾਇਟ ਪੈਂਦੀ ਆ ਬਠਿੰਡੇ ਨੂੰ ਦਿਆਉਣ, ਅਤੇ ਉੱਥੇ ਵੀ ਸਾਥੋਂ ਫਾਰਮ ਫਿਲ ਕਰਵਾਏ ਗਏ ਸੀ ਅਤੇ ਫੀਸ ਵੀ ਭਰਾਈ ਗਈ ਸੀ ਉਸ ਟਾਈਮ। ਪਰ ਉਸ ਤੋਂ ਬਾਅਦ ਵੀ ਅੱਜ ਲਗਭਗ 2002 ਅਤੇ 2020 ਅਤੇ 18 ਸਾਲ ਹੋ ਗਏ। ਨਾ ਤਾਂ ਉਹ ਫੀਸ ਦਾ ਕਿਸੇ ਨੇ ਸਰਕਾਰ ਨੇ ਜਵਾਬ ਦਿੱਤਾ, ਨਾ ਕੋਈ ਫੀਸ ਵਾਪਸ ਕਰੀ ਆ। ਇਸ ਤੋਂ ਬਾਅਦ ਲਗਭਗ 2011-12 ਦੇ ਇਰਦ ਗਿਰਦ PRTC ਵਿੱਚ ਆਈਆਂ ਸੀ ਪੋਸਟਾਂ, ਅਤੇ 600 ਰੁਪਈਆ ਪਰ ਪਰਸਨ ਸਰਕਾਰ ਨੇ ਇਕੱਠਾ ਕਰਿਆ ਬੇਰੁਜ਼ਗਾਰਾਂ ਤੋਂ। 2011-12 8-9 ਸਾਲ ਉਹ ਆ ਗਏ, ਉਹਦਾ ਕੋਈ ਪਤਾ ਨਹੀਂ ਲੱਗਿਆ। ਮੈਂ RTI ਵੀ ਪਾਈ, ਪਰ ਕੋਈ MD PRTC ਵੱਲੋਂ ਕੋਈ ਉਹਦਾ ਜਵਾਬ ਹੀ ਨਹੀਂ ਦਿੱਤਾ ਗਿਆ। ਚਲੋ ਸੋਚਦਾ ਸੀ ਅੱਗੇ ਵੀ ਕਮਿਸ਼ਨਰ RTI ਚੰਡੀਗੜ੍ਹ ਨੂੰ ਕੋਈ ਅਰਜ਼ੀ ਦਰ ਕੀਤੀ ਜਾਵੇ ਜਾਂ ਕੁਝ ਸਮਾਂ ਹੋਰ ਵੇਟ ਕਰਦੇ ਹਾਂ ਵੀ ਕੋਈ ਹੱਲ ਹੋ ਜੇ। ਅਤੇ ਇਸ ਤਰ੍ਹਾਂ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਿਹੜੇ ਰੁਜ਼ਗਾਰ ਲਈ ਦਿਹਾੜੀਆਂ ਕਰਕੇ ਫੀਸ ਭਰਦੇ ਆ ਅਤੇ ਬਾਅਦ ਵਿੱਚ ਵੀ ਇਹੋ ਜਿਹੀਆਂ ਉੱਥੇ ਸ਼ਰਤਾਂ ਕਰ ਦਿੱਤੀਆਂ ਜਾਂਦੀਆਂ, ਕੰਡੀਸ਼ਨਾਂ ਕਰ ਦਿੱਤੀਆਂ ਜਾਂਦੀਆਂ ਵੀ ਪਹਿਲਾਂ ਧੜ ਵੀ ਲੋਕਾਂ ਤੋਂ ਭਰਾਇਆ ਜਾਂਦਾ ਹੈ, ਅਤੇ ਬਾਅਦ 'ਚ ਬਸ ਤੁਹਾਨੂੰ ਪਤਾ ਹੀ ਆ, ਪਿੱਛੇ ਡਾਕ ਮਹਿਕਮੇ 'ਚ ਪੋਸਟਾਂ ਆਈਆਂ ਸੀ, ਫੀਸ ਭਰਾਈ ਗਈ ਲੋਕਾਂ ਤੋਂ। ਲੋਕਾਂ ਨੇ ਬਹੁਤ ਵੱਡੀ ਪੱਧਰ 'ਤੇ ਵਿਚਾਰਿਆਂ ਨੇ ਫੀਸਾਂ ਭਰੀਆਂ, ਅਤੇ ਮੈਰਿਟ ਦੇ ਤੌਰ 'ਤੇ ਰੱਖੀਆਂ ਤੁਸੀਂ ਚੋਣਵੀਆਂ ਵੀ ਤੁਸੀਂ ਜੇ ਫੀਸ ਆ ਤਾਂ ਜਿਹੜਾ ਪਾਸ ਹੋਊ ਕੈਂਡੀਡੇਟ ਵੀ ਉਹ ਤੋਂ ਲਓ, ਜਿਹੜਾ ਆਊਟ ਹੋ ਗਿਆ ਬਸ ਉਹਦਾ ਤਾਂ ਕੰਮ ਖਤਮ ਆ। ਇਹ ਰੁਜ਼ਗਾਰ ਦੇ ਨਾਲ ਸਰਕਾਰ ਦੀ ਗਰੰਟੀ ਹੁੰਦਾ, ਨਾ ਕਿ ਬੰਦੇ ਦੀ। ਫੋਰਨ 'ਚ ਤਾਂ ਵੀ ਪੜ੍ਹਾਈ ਵੀ ਫ੍ਰੀ ਆ ਅਤੇ ਪਲੇਸਮੈਂਟ ਵੀ ਕਰਦੀ ਹੈ ਸਰਕਾਰ ਹਰ ਬੱਚੇ ਦੀ, ਸਟੂਡੈਂਟ ਦੀ। ਅਤੇ ਪਰ ਘੱਟੋ ਘੱਟ ਇੱਥੇ ਵੀ ਤੁਸੀਂ ਇਹ ਖਰਚੇ ਤਾਂ ਨਾ ਲਿਆ ਕਰੋ ਸਟੂਡੈਂਟਾਂ ਤੋਂ। ਹੁਣ ਤਾਜ਼ਾ ਮਿਸਾਲ ਦਿੰਦਾ, ਇਹਦੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਪੰਜਾਬ ਵਿੱਚ ਨਾ ਇੱਕ ਪੋਸਟਾਂ ਆਈਆਂ ਹੋਈਆਂ, ਤੁਸੀਂ ਪੜ੍ਹੀਆਂ ਹੋਣਗੀਆਂ। 3 ਤਰ੍ਹਾਂ ਦੀਆਂ ਪੋਸਟਾਂ ਉਹਨਾਂ 'ਚ, ਅਤੇ ਅੱਡੋ ਅੱਡੀ ਉਹਨਾਂ ਦੀ ਕੁਆਲੀਫਿਕੇਸ਼ਨ ਆ, ਕੋਈ MA, ਕੋਈ BA, ਕੋਈ ਇੱਕ ਹੋਰ ਕ੍ਰਾਈਟੀਰੀਆ ਜੀ। ਅਤੇ ਉਹਦੇ ਮੁਤਾਬਕ ਉਮਰ ਰੱਖਤੀ 45 ਸਾਲ, 1 ਸਾਲ ਦਾ ਤਜਰਬਾ, 2 ਸਾਲ ਦਾ ਤਜਰਬਾ ਵਾਟਰ ਐਂਡ ਸਪਲਾਈ ਡਿਪਾਰਟਮੈਂਟ ਵਿੱਚ। ਅਤੇ ਉਹਦੀ ਫੀਸ ਕਿੰਨੀ ਰੱਖੀ ਆ? 1000 ਰੁਪਏ। ਕਹਿੰਦੇ ਫੀਸ ਤੁਸੀਂ ਲਾਸਟ ਤਰੀਕ ਹੈਗੀ ਹੈ ਕੱਲ੍ਹ ਨੂੰ 24 ਤਰੀਕ, ਅਤੇ ਕਹਿੰਦੇ ਫੀਸ ਤਾਂ ਤੁਸੀਂ ਕੋਈ ਗੱਲ ਨਹੀਂ ਹਫ਼ਤਾ ਬਾਅਦ 'ਚ ਵੀ ਦੇ ਕੇ ਲਓ, ਕੋਈ ਟੈਨਸ਼ਨ ਨਹੀਂ ਕਹਿੰਦੇ ਸਾਨੂੰ। ਅਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਉਹ ਤਜਰਬਾ ਬਣਾਉਣ ਦੀ। ਤਜਰਬਾ ਹੋਣਾ ਚਾਹੀਦਾ ਵਾਟਰ ਐਂਡ ਸਪਲਾਈ ਸੈਨੀਟੇਸ਼ਨ ਡਿਪਾਰਟਮੈਂਟ ਦਾ। ਅਤੇ ਕਾਫੀ ਸਮੇਂ ਤੋਂ ਅਸੀਂ 2017 ਤੋਂ ਲੱਗੇ ਸੀ ਐਜ਼ ਏ ਮੋਟੀਵੇਟਰ। ਕੁਛ ਮੁੰਡੇ ਪਹਿਲਾਂ ਕੰਮ ਕਰਦੇ, ਕੁਛ ਬਾਅਦ 'ਚ ਲੱਗੇ ਸੀ। ਅਤੇ ਪਰ ਹੁਣ ਜਦੋਂ ਅਸੀਂ ਇਹ ਮੋਟੀਵੇਟਰ ਉੱਥੇ ਆਪਦਾ ਤਜਰਬਾ ਸਰਟੀਫਿਕੇਟ ਬਣਾਉਣ ਗਏ, ਅਤੇ ਉੱਥੇ ਕੋਈ ਥੜੇ ਥੂੜ ਨਹੀਂ ਲੱਗਣ ਦਿੰਦਾ। ਹਫ਼ਤੇ ਤੋਂ ਬੱਚੇ ਉੱਥੇ ਰੁਲਦੇ ਫਿਰਦੇ ਆ। ਇਸ ਤਰ੍ਹਾਂ ਵੀ ਮੈਂ ਵੀ ਚਲੋ ਆਖਿਆ ਵੀ ਬਿਜੀ ਸੀ ਪਹਿਲਾਂ, ਤਾਂ ਮੈਂ ਵੀ ਕੱਲ੍ਹ ਗਿਆ ਵੀ ਆਪਾਂ ਤਜਰਬਾ ਸਰਟੀਫਿਕੇਟ ਬਣਾ ਲਏ ਅੱਗੇ, ਅਤੇ ਚਲੋ ਮਿਲਦੇ ਗਿਲਦੇ ਸਾਰੇ ਅਫਸਰਾਂ ਨੂੰ। ਪਰ ਜਦੋਂ ਉੱਥੇ ਗਏ ਅਤੇ ਉੱਥੇ ਤਾਂ ਬਹੁਤ ਔਖਾ ਕੰਮ ਲੱਗਿਆ। ਅਤੇ ਜਦੋਂ ਅਸੀਂ ਅਫਸਰ ਸਾਹਿਬਾਨਾਂ ਕੋਲ ਗਏ, ਕਿਉਂਕਿ ਸਮੇਂ 'ਤੇ ਅਫਸਰ ਚੇਂਜ ਹੁੰਦੇ ਰਹਿੰਦੇ ਆ, ਅਤੇ ਉਹ ਕਹਿੰਦੇ ਵੀ ਸਾਡੇ ਕੋਲ ਕਿਹੜਾ ਤੁਸੀਂ ਕੰਮ ਕਰਿਆ ਸੀ, ਤੁਹਾਨੂੰ ਕਿਉਂ ਬਣਾ ਕੇ ਦਈਏ। ਕਹਿੰਦੇ ਸਾਡੇ ਕੋਲ ਕੋਈ ਰਿਕਾਰਡ ਨਹੀਂ। ਇਹ ਰਿਕਾਰਡ ਦੇ ਦੋਸਤੋ ਸਾਰੇ ਬਹਾਨੇ ਹੁੰਦੇ ਆ। ਇਹਦੀ ਬਕਾਇਦਾ ਐਡਵਰਟਾਈਜ਼ਮੈਂਟ ਆਈ ਆ 11ਵੇਂ ਮਹੀਨੇ 'ਚ 2016 'ਚ, ਅਤੇ ਲਗਭਗ 15 ਕੁ ਦਿਨ ਬਾਅਦ ਇਹਦੀ ਇੰਟਰਵਿਊ ਹੋਈ ਆ, ਅਤੇ 26/12/16 ਨੂੰ ਵੀ ਜਿਹੜੇ ਕੈਂਡੀਡੇਟ ਸਫਲ ਹੋ ਗਏ ਸੀ ਉਹਨਾਂ ਦੀ ਲਿਸਟ ਆਊਟ ਹੋ ਗਈ ਸੀ। ਅਤੇ 4/1/17 ਨੂੰ ਨਾਲ ਦਾ ਚੋਣ ਜਾਬਤਾ ਲੱਗਿਆ 1:30-2 ਵਜੇ, ਅਤੇ ਸਾਨੂੰ ਸਟੇਸ਼ਨ ਬਣਦੇ ਸੀ 10-11 ਵਜੇ। ਅਤੇ ਇਸ ਤਰ੍ਹਾਂ ਵੀ ਉਦੋਂ ਮੁੰਡੇ ਕੰਮ ਕਰਦੇ ਆਉਂਦੇ ਸੀ, ਅਤੇ ਡਿਪਾਰਟਮੈਂਟ ਦੇ ਤੁਹਾਨੂੰ ਹਾਲਾਤਾਂ ਦਾ ਪਤਾ ਹੀ ਆ।
ਵੀ ਕੀ ਆ ਸੱਚ, ਵੀ ਕੋਈ ਚੈਕਿੰਗ ਨਹੀਂ। ਸਾਡੇ ਪਿੰਡ ਬੋਰ ਦੇ ਵਿੱਚ ਵਾਟਰ ਸਪਲਾਈ ਦਾ ਜਿਹੜਾ ਬੋਰ ਬਣਿਆ ਵਾ ਨਾ, ਉਹਦੇ ਵਿੱਚ ਸੱਪੜ ਦਾ ਗੰਦਾ ਪਾਣੀ ਪਈ ਜਾਂਦਾ। ਉਹ ਤਾਂ ਕਿਤੇ ਅਫਸਰ ਨੇ ਆ ਕੇ ਦੇਖਿਆ ਨਹੀਂ, ਤੇ ਪਰ ਉੱਥੇ ਵੀ ਕਮਰੇ 'ਚ ਵੀ ਨਹੀਂ ਵੜਨ ਦਿੰਦੇ ਆਮ ਬੰਦੇ ਨੂੰ। ਤਾਂ ਜਦੋਂ ਮੈਂ ਉਹਨਾਂ ਨੂੰ ਵੀ ਆਪਣੇ ਸਾਰੇ ਡਾਕੂਮੈਂਟਸ ਲੈ ਗਿਆ, ਤੇ ਮੈਨੂੰ ਇੱਕ ਆਪਦਾ ਤਜਰਬਾ ਸਰਟੀਫਿਕੇਟ ਬਣਾਉਣ ਦੇ ਲਈ, ਕਿਉਂ ਮੇਰੇ ਕੋਲ ਕੰਟੈਕਟ ਹੈਗੇ ਆ, ਪਰ ਜਦੋਂ ਉਹਨੇ ਰਾਹ ਨਾ ਪਾਇਆ, ਮੈਂ ਸਿੱਧਾ ਪਟਿਆਲਾ ਹੈਡ ਆਫਿਸ ਫੋਨ ਲਾਇਆ ਉੱਥੇ। ਉਹਦੋਂ ਬਾਅਦ ਕੁਝ ਰਾਹ ਪੈ ਗਈ, ਉਹਨਾਂ ਨੇ ਸਾਨੂੰ HOD ਦਫ਼ਤਰ ਮੋਹਾਲੀ ਦਾ ਨੰਬਰ ਦੇ ਦਿੱਤਾ, ਕਹਿੰਦਾ ਟਿੱਕਾ ਪਿਆ। ਤੇ ਚਲੋ ਗੱਲ ਹੁੰਦੀ ਵੀ ਜਿਹੜੇ SDO ਦਫ਼ਤਰ ਬਠਿੰਡਾ ਦੇ ਤੱਕ ਦੀ ਇਹ ਨਾ ਸਾਰੀ ਜਿਹੜੀ ਕਾਰਵਾਈ ਸੀ ਉਹ ਖਤਮ ਹੋ ਗਈ। ਜਿਹੜਾ ਕਲੈਰੀਕਲ ਸਟਾਫ ਸੀ ਉਹ ਭਰਾਵਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ। SDO ਸਾਹਿਬ ਨੇ ਵੀ ਸਾਨੂੰ ਮਾਰਕ ਕਰਤੀ ਜਦੋਂ ਪਟਿਆਲਾ ਤੋਂ ਦਖਲ ਦਿੱਤਾ ਗਿਆ। ਇਸ ਤੋਂ ਬਾਅਦ ਸਾਈਨ ਹੋਣੇ ਸੀ SC ਸਾਹਿਬ ਦੇ ਤੇ ਐਕਸ਼ਨ ਸਾਹਿਬ ਦੇ। ਜਦੋਂ ਐਕਸ਼ਨ ਸਾਹਿਬ ਦੇ ਸੀ ਘਰੇ ਜਾਂਦੇ ਆ, ਦਫ਼ਤਰ 'ਚ ਪਤਾ ਲੱਗਦਾ ਵੀ ਉਹ ਬਿਮਾਰ ਆ, ਤੇ ਚਲੋ ਤੁਸੀਂ ਘਰੋਂ ਕਰਵਾ ਲਿਆਓ ਸਾਈਨ। ਅਸੀਂ ਘਰੇ ਚਲੇ ਗਏ ਸਿਰਕੀ ਬਾਜ਼ਾਰ 'ਚ। ਉੱਥੇ ਇੱਕ ਮੈਡਮ ਆਉਂਦੇ ਆ, ਤੇ ਜਦੋਂ ਅਸੀਂ ਦੇਖਿਆ ਜੀ, ਉਹ ਕਹਿੰਦੇ ਵੀ ਉਹ ਤਾਂ ਵੀ ਬਿਮਾਰ ਆ ਕਾਫੀ, ਤੇ ਅੱਜ ਵੀ ਨਹੀਂ ਕਰ ਸਕਦੇ। ਅਸੀਂ ਉਹਨਾਂ ਨੂੰ ਕਿਹਾ ਜੀ ਰਿਕਵੈਸਟਾਂ ਮੈਡਮ 24 ਤਰੀਕ ਲਾਸਟ ਆ, ਤੇ ਤੁਸੀਂ ਇੱਕ ਸਾਈਨ ਹੀ ਕਰਵਾਉਣੇ ਆ ਤੇ ਕਰਵਾ ਦਿਓ। ਉਹ ਲੈ ਕੇ ਅੰਦਰ ਵਧੀਆ, ਤੇ ਪਰ ਅੰਦਰੋਂ ਵਾਪਸ ਆ ਕੇ ਫੇਰ ਫੜਾਤਾ, ਕਹਿੰਦੇ ਜੀ ਇਹ ਨਹੀਂ ਹੋ ਸਕਦਾ। ਚਲੋ ਅਸੀਂ ਉੱਥੇ ਇੱਕ ਉਹਨੂੰ ਮੈਡਮ ਨੂੰ ਬੜੀ ਰਿਸਪੈਕਟ ਨਾਲ ਸਵਾਲ ਕੀਤਾ, ਜੇਕਰ ਸਰ ਵੀ ਬਿਮਾਰ ਆ ਵੀ ਘੱਟੋ ਘੱਟ ਉਹ ਸਰ ਛੁੱਟੀ ਲੈ ਲੈਣ, ਤੇ ਉੱਥੇ SC ਸਾਹਿਬ ਕੋਈ ਹੋਰ ਐਕਸ਼ਨ ਸਾਹਿਬ ਦੀ ਡਿਊਟੀ ਲਾਉਣਗੇ, ਹੋਰ ਡਿਵੀਜ਼ਨ ਦਾ ਐਕਸ਼ਨ, ਤਾਂ ਘੱਟੋ ਘੱਟ ਕੰਮ ਕਰੇ। ਬੱਚੇ ਸਾਰੇ ਉੱਥੇ ਤਜਰਬੇ ਸਰਟੀਫਿਕੇਟਾਂ ਨੂੰ ਹਫ਼ਤੇ ਤੋਂ ਰੋਲਦੇ ਫਿਰਦੇ ਆ, ਕਿਉਂਕਿ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਕਹਿੰਦੇ ਬਿਮਾਰ ਆ। ਮੈਨੂੰ ਤਾਂ ਕੱਲ੍ਹ ਪਤਾ ਲੱਗਿਆ ਸਰ ਵੀ ਦਫ਼ਤਰ ਨਹੀਂ ਆ ਰਹੇ। ਜਦੋਂ ਉੱਥੇ ਮੈਡਮ ਕਹਿੰਦੇ ਵੀ ਇਹ ਛੁੱਟੀ 'ਤੇ ਹੀ ਆ, ਫਿਰ ਮੈਂ ਕਿਹਾ ਜਾਇਜ਼ ਆ, ਤੁਸੀਂ ਕਹਿੰਦੇ ਛੁੱਟੀ 'ਤੇ ਆ, ਫਿਰ ਤਾਂ ਵੀ ਸਾਡਾ ਇੱਥੇ ਆਉਣ ਦਾ ਕੰਮ ਹੀ ਨਹੀਂ, ਸਾਨੂੰ ਦਫ਼ਤਰ ਵਾਲਿਆਂ ਨੇ ਦੱਸ ਦੇਣਾ ਸੀ। ਤੇ ਪਰ ਉਹ ਜੇ ਛੁੱਟੀ 'ਤੇ ਦਫ਼ਤਰ ਆ ਕੇ ਪੁੱਛਿਆ ਜੀ ਸਾਰੇ ਛੁੱਟੀ 'ਤੇ ਆ, ਕੋਈ ਬੰਦਾ ਤਾਂ ਮੌਕੇ 'ਤੇ ਲਾਏ ਹੋਰ ਬੰਦੇ ਨੂੰ ਵੀ ਇਸ ਦਾ ਚਾਰਜ ਤਾਂ ਦਿੱਤਾ ਹੀ ਹੋਣਾ। ਕਹਿੰਦੇ ਤਾਂ ਸਾਨੂੰ ਪਤਾ ਨਹੀਂ ਜੀ ਕੋਈ। ਦੇਖ ਲਓ ਸਰ, ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਇਹ ਮਸਲਿਆਂ ਦੀ ਜਾਂਚ ਕੀਤੀ ਜਾਵੇ। ਇੱਕ ਹੋਰ ਮੈਂ ਗੱਲ ਦੱਸਣਾ ਚਾਹੁੰਦਾ ਵੀ ਉਹ ਸਾਰਾ ਹੈਂਡੀਕੈਪਟ ਆ। ਅਸੀਂ ਵੀ ਸੋਚਿਆ ਚਲੋ ਆਪਾਂ ਨੂੰ ਉਹਨਾਂ ਦੇ ਘਰੇ ਚਲੇ ਜਾਣਾ ਚਾਹੀਦਾ, ਪਰ ਜਿਹੜਾ ਉਹ ਜਵਾਬ ਮਿਲਿਆ ਸਾਨੂੰ ਉੱਥੇ, ਹੁਣ ਐ ਨਹੀਂ ਪਤਾ ਲੱਗਿਆ ਵੀ ਉਹ ਐਕਸ਼ਨ ਸਾਹਿਬ ਸਰ ਸਹੀ ਆ ਕਿ ਮਹਿਕਮੇ ਵਾਲੇ ਸਹੀ ਆ। ਕਿਉਂਕਿ ਮੇਰੇ ਸਾਹਮਣੇ ਮਹਿਕਮੇ ਵਾਲੇ ਵੀ ਜੋ ਆਪਣੀਆਂ ਫਾਈਲਾਂ ਸੀ ਉਹ ਘਰੇ ਜਾ ਹੀ ਸਾਈਨ ਕਰਵਾਈਆਂ, ਤੇ ਜੇ ਉਹ ਛੁੱਟੀ 'ਤੇ ਹੁੰਦੇ ਉਹ ਡੇਟ 'ਤੇ ਉਹ ਸਾਈਨ ਕਿਵੇਂ ਕਰਦੇ, ਤੇ ਛੁੱਟੀ ਦੇ ਹੁੰਦੇ ਉਹਨੂੰ ਸਾਈਨ ਕਰਨ ਦੀ ਲੋੜ ਵੀ ਕੀ ਆ, ਜੋ SC ਸਾਹਿਬ ਮੁੜ ਕੇ ਇੰਚਾਰਜ ਲਾਉਂਦੇ ਆ ਉਹ ਸਾਈਨ ਕਰਦੇ। ਇਸ ਤਰ੍ਹਾਂ ਦੋਸਤੋ ਵੀ ਸਰਕਾਰ ਇੱਕ ਡਰਾਮੇ ਕਰਦੀ ਆ ਵੀ ਅਸੀਂ 90,000 ਪ੍ਰਾਈਵੇਟ ਨੌਕਰੀ ਰੱਖ ਦਿਆਂਗੇ। ਆਹ ਕੁਝ 400-500 ਪੋਸਟ ਕੱਢ ਕੇ ਤਾਂ ਉਹਨਾਂ ਤੋਂ ਵੀ ਜੋ ਉਹਨਾਂ ਨੇ ਘਰੇ ਸਰਕਾਰ ਦੇ ਕੰਮ ਕਰਿਆ ਉਹ ਬੱਚਿਆਂ ਨੂੰ ਤਜਰਬਾ ਸਰਟੀਫਿਕੇਟ ਨਹੀਂ ਦੇ ਸਕਦੇ, ਤੇ ਨੌਕਰੀ ਤਾਂ ਇਹਨਾਂ ਨੇ ਦੇਣੀ ਕੀ ਆ। ਇੱਥੇ ਵੀ ਸੱਚਾਈ ਹੈ ਵੀ ਆਉਣ ਵਾਲੇ ਸਮੇਂ 'ਚ ਤੇ ਸਟੇ ਵੀ ਲਾਜ਼ਮੀ ਹੋ ਜਾਣੀ ਆ। ਅੱਗੇ ਵੀ ਦੇਖਿਆ ਤੁਸੀਂ EDT ਟੀਚਰਾਂ ਦੀ ਭਰਤੀ 'ਚ ਵੀ ਕੁਝ ਇਹਨਾਂ ਦੇ ਵੀ ਬੰਦੇ ਹੁੰਦੇ ਆ, 2-4 ਬੰਦੇ ਇਹਨਾਂ ਦੇ ਵਾਰਡ 'ਤੇ ਕੋਈ ਪਹਿਲਾਂ ਕਮਿਟਮੈਂਟ ਹੋ ਗਈ, ਉਹ ਪੁਆਇੰਟ ਛੱਡਤਾ, ਉਹਨਾਂ ਨੇ ਕੇਸ ਕਰਤਾ, ਸਟੇ ਹੋ ਗਈ। ਬੜੇ ਡਰਾਮੇ ਹੁੰਦੇ ਦੋਸਤੋ, ਇਹ 'ਚ ਵੀ ਹੋਣਗੇ। ਇਹ ਸਿਰਫ 1000 ਰੁਪਈਆ ਸਰਕਾਰ ਨੇ ਇਕੱਠਾ ਕਰਨਾ ਕੁਛ ਨਹੀਂ। ਜੇ ਕਰਨਾ ਹੁੰਦਾ ਤੇ ਮੁੜ ਕੇ ਸਾਨੂੰ ਕੱਲ੍ਹ ਹੱਥ ਨੇ ਜੇ ਸਾਡੇ ਇੱਕ SDO ਸਾਹਿਬ ਹੈਗੇ ਸੈਨੀਟੇਸ਼ਨ ਦੇ ਵਰਲਡ ਬੈਂਕ ਤੋਂ, ਉਹ ਅਮਨਦੀਪ ਸਿੰਘ ਬਰਾੜ ਸੱਚ ਜੀ, ਉਹ ਕਹਿੰਦੇ ਹੁਣ ਤੁਹਾਨੂੰ ਬਿੱਲ ਕਢਵਾਉਣੇ ਪੈਣਗੇ, ਅਸੀਂ ਤਾਂ ਫੇਰ ਬਣਾ ਕੇ ਦੇਵਾਂਗੇ। ਹੁਣ ਇਹ ਦੱਸਿਆ ਜੀ ਬਿੱਲ ਸਾਡੇ ਕੋਲ ਆ ਕਿ ਜਾਂ ਹਾਊਸ ਕੋਲ ਆ। ਹਾਲਾਂਕਿ ਮੇਰੇ ਕੋਲ ਪੇ ਆਰਡਰ ਦੇ ਕਾਫੀ ਫੋਟੋ ਕਾਪੀਆਂ ਹੈਗੀਆਂ, ਸਟੈਂਪ ਵੀ ਹੈਗੀਆਂ ਅਵੇਲੇਬਲ, ਤੇ ਪਰ ਫਿਰ ਵੀ ਉਹ ਕਹਿੰਦੇ ਸਾਰੀਆਂ ਪੇ ਆਰਡਰ ਦੀਆਂ ਕਾਪੀਆਂ ਦਿਓ ਜੋ ਤੁਹਾਨੂੰ ਸਰਕਾਰੀ ਖਜ਼ਾਨੇ ਤਨਖਾਹ ਮਿਲੀ ਆ, ਤੇ ਸਾਰੀਆਂ ਹੁਣ ਉਹਨਾਂ ਕੋਲ ਆ। ਤੇ ਸਾਨੂੰ ਪਤਾ ਹੁਣ ਵੀ ਹੁਣ ਉਹ ਡਿੱਕਾ ਲਾ ਦੇਣਗੇ ਵੀ ਸਾਡੇ ਕੋਲ ਤਾਂ ਕੰਪਿਊਟਰ ਨਹੀਂ ਚੱਲਦਾ ਜੀ, ਕੰਪਿਊਟਰ ਆਪਰੇਟਰ ਹੈ ਨਹੀਂ ਜੀ, ਜੇ ਇਹ ਗੱਲ ਕਲੀਅਰ ਉਹਨਾਂ ਨੇ ਕਿਸੇ ਦਾ ਬਣਾ ਕੇ ਨਹੀਂ ਦੇਣਾ। ਜੇ ਬਣਾਉਣਗੇ ਤਾਂ ਉਹ ਵੀ ਆਪਦੇ ਬੰਦਿਆਂ ਦੇ ਵੀ ਬਣਾ ਸਕਦੇ। ਸਰਕਾਰ ਨੂੰ ਇਹ ਦੋ ਚੀਜ਼ਾਂ ਦਾ ਖਿਆਲ ਕਰਨਾ ਚਾਹੀਦਾ ਹੈ। ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਭਰਤੀ ਰੋਕ ਕੇ
ਕਹਿਣਾ ਚਾਹੀਦਾ ਵੀ ਜਿੰਨੇ ਬੰਦਿਆਂ ਨੇ ਕੰਮ ਕਰਿਆ ਭਾਈ, ਕੁਛ ਵੀ ਕਰਿਆ, ਉਹਨਾਂ ਨੂੰ ਜਿੰਨੇ ਸਮੇਂ ਲਈ ਤੁਸੀਂ ਤਜਰਬਾ ਸਰਟੀਫਿਕੇਟ ਹਰੇਕ ਨੂੰ ਬਣਾ ਕੇ ਦੇਣਾ। ਕਈਆਂ ਨੂੰ ਮੁੜੀ ਜਾਂਦੇ ਵੀ ਤੇਰੀ BSc ਆ, BCA ਆ, MSc ਆ, ਕੁਛ ਹੋਵੇ ਜੀ, ਉਹਨਾਂ ਨੇ ਕੰਮ ਕਰਿਆ, ਸਰਕਾਰ ਪਹਿਲਾਂ ਵੀ ਹੁਕਮ ਕਰੇ ਵੀ ਸਾਰਿਆਂ ਨੂੰ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਜਿੰਨੇ ਸਮੇਂ ਦਾ ਕਰਿਆ ਭਾਈ ਉਹ ਤਜਰਬਾ ਸਰਟੀਫਿਕੇਟ ਬਣਾ ਕੇ ਦਿਓ। ਆਪੇ ਰੱਦ ਹੋ ਜੇ ਪੋਸਟ ਕਿਸੇ ਦੀ, 1000 ਰੁਪਈਆ ਜਾਂਦਾ ਜਾਣ ਦੇ। ਸੈਕੰਡ ਵੀ ਉਹਨਾਂ ਨੂੰ ਆਪ ਨੂੰ ਚਾਹੀਦਾ ਵੀ ਤੁਸੀਂ ਰਿਕਾਰਡ ਦੇਖੋ ਵੀ ਜਿਹੜੇ ਤੁਹਾਡੇ ਕੋਲ ਕਿੰਨਾ ਸਮਾਂ ਕੰਮ ਕਰਿਆ ਭਾਈ, ਤੁਸੀਂ ਆਲਰੇਡੀ ਉਹ ਬਣਾ ਕੇ ਰੱਖੋ। ਲੈਣਾ ਜਾਂ ਨਾਲ ਵਾਲੇ ਦੀ ਮਰਜ਼ੀ ਆ। ਹੁਣ ਇੱਥੇ ਬੰਦੇ ਹਫ਼ਤੇ ਤੇ ਫਿਰਦੇ ਆ। ਇਸ ਤਰ੍ਹਾਂ ਦੋਸਤੋ ਵੀ ਇਹ ਸਰਕਾਰ ਦੀਆਂ ਕੋਈ ਚੰਗਾ ਨੀਤੀਆਂ ਨਹੀਂ। ਤਾਂਗੋ ਨੌਜਵਾਨੀ ਤੁਹਾਨੂੰ ਪਤਾ ਵੀ ਕਿਹੜੇ ਹਾਲਾਤ ਤੋਂ ਗੁਜ਼ਰ ਰਹੀ ਹੈ ਅਤੇ ਕੀ ਹੋ ਰਿਹਾ ਅੱਜ ਕੱਲ੍ਹ। ਵੀ ਜਿਹੜੇ ਸਰਕਾਰੀ ਮੁਲਾਜ਼ਮ ਲੱਗ ਗਏ ਉਹ ਤਾਂ ਵੀ ਸਰਕਾਰੀ ਸਕੂਲ 'ਤੇ ਲਿਖਿਆ ਹੁੰਦਾ ਵੀ ਆਮ ਸਕੂਲਾਂ 'ਤੇ ਵੀ ਸਿੱਖਣ ਲਈ ਆਓ, ਕਮ ਟੂ ਲਰਨ, ਗੋ ਟੂ ਸਰਵਿਸ, ਵੀ ਸੇਵਾ ਲਈ ਆਓ। ਪਰ ਇੱਥੇ ਨਹੀਂ, ਅਫਸਰ ਆਪ ਨੂੰ ਅਫਸਰ ਕਹਾਉਣ, ਅਫਸਰਸ਼ਾਹੀ, ਅਫਸਰ ਕਹਾਉਂਦੇ ਆ, ਸੇਵਾਦਾਰ ਨਹੀਂ ਕਹਾਉਂਦੇ। ਸੋ ਇਹ ਸਾਡੇ ਦੇਸ਼ ਦੇ ਬਹੁਤ ਮਾੜੇ ਭਾਗ ਆ ਵੀ ਜਿਹਨੂੰ ਗਵਰਨਮੈਂਟ ਸਰਵੈਂਟ ਕਿਹਾ ਜਾਂਦਾ ਹੈ, ਉਹੀ ਸਰਵੈਂਟ ਨਹੀਂ, ਉਹ ਤਾਨਾਸ਼ਾਹ ਬਣ ਕੇ ਬਹਿ ਜਾਂਦਾ। ਬਾਅਦ 'ਚ ਪਤਾ ਹੁੰਦਾ ਵੀ ਮੇਰੀ ਬਦਲੀ ਹੋ ਜੂ, ਆਮ ਕਹਿ ਵੀ ਦਿੰਦੇ ਸਾਡਾ ਕੀ ਹੋ ਜੂ, ਬਦਲੀ ਹੋ ਜੂ। ਵੱਧ ਤੋਂ ਵੱਧ ਸਰਕਾਰ ਨੂੰ ਚਾਹੀਦਾ ਵੀ ਇਹੋ ਜਿਹਾ ਕੋਈ ਇੱਕ ਕਾਨੂੰਨ ਪਾਸ ਕਰੇ ਕਿ ਜ਼ਿਮੀਂਦਾਰ ਤਾਂ ਬੜੇ ਹੋਈ ਜਾਂਦੇ ਆ ਵੀ ਜੇ ਕੋਈ ਸਰਕਾਰੀ ਇੱਕ ਵੀ ਕੰਮ 'ਚ ਅੜਚਨ ਪਾਉਂਦਾ ਚੁੱਪ ਕਰਕੇ ਉਹਨੂੰ ਸਸਪੈਂਡ ਕਰ ਦਿਓ। ਕੋਈ ਫੰਡ ਨਹੀਂ, ਕੁਛ ਨਹੀਂ। ਪਰ ਕੀ ਕਰਿਆ ਜਾਵੇ ਜੀ, ਇਹਨਾਂ ਦੇ ਮੁੰਡੇ ਲੱਗਦੇ ਆ, ਇਹਨਾਂ ਦੇ ਰਿਸ਼ਤੇਦਾਰ ਲੱਗਦੇ ਆ, ਆਮ ਕਿਸਾਨ ਦੇ ਪੁੱਤਾਂ ਨੂੰ ਕੌਣ ਪੁੱਛਦਾ। ਸੋ ਦੋਸਤੋ ਮੈਂ ਤੁਹਾਨੂੰ ਤਾਂ ਆਪਦੀ ਸਾਰੀ ਹੱਡ ਬੀਤੀ ਸੁਣਾਈ ਆ। ਅਤੇ ਪਰ ਇਹਦੇ ਬਾਵਜੂਦ ਇਹ ਵੀ ਮਹਿਕਮਾ ਸਾਨੂੰ ਕੰਮ ਕਰਾਉਣ ਦੇ ਬਾਵਜੂਦ ਵੀ ਮੁਨਕਰ ਹੋ ਰਿਹਾ। ਅੱਜ ਤਾਂ ਤੁਹਾਡੇ ਕਹਿੰਦੇ ਵੀ ਬਣਾ ਹੀ ਨਹੀਂ ਸਕਦੇ। ਚਲੋ ਨਹੀਂ ਬਣਾ ਸਕਦੇ, ਸਾਨੂੰ ਕੋਈ ਸਮੱਸਿਆਵਾਂ ਨਹੀਂ ਐਡੀਆਂ। ਅਤੇ ਵੈਸੇ ਉਹਨਾਂ ਦੀ ਜ਼ਿੰਮੇਵਾਰੀ ਸੀ। ਅਤੇ ਸੋ ਦੋਸਤੋ ਤੁਸੀਂ ਆਪਣੇ ਕਮੈਂਟ ਵੀ ਸਾਨੂੰ ਦੱਸਣੇ ਆ ਵੀ ਤੁਹਾਨੂੰ ਇਹ ਸਰਕਾਰ ਦੇ ਵਿਭਾਗਾਂ ਦੀ ਕਾਰਵਾਈ ਕਿਸ ਤਰ੍ਹਾਂ ਹੀ ਲੱਗਦੀ ਆ। ਇਹਨਾਂ ਦੇ ਅੰਦਰੂਨੀ ਬਹੁਤ ਮਾੜੇ ਹਾਲਾਤ ਆ ਵੀ ਬਹੁਤ ਦਬਦਬਾ ਚੱਲਦਾ ਹੈ। ਆਜ਼ਾਦੀ ਨਾਂ ਦੀ ਕੋਈ ਚੀਜ਼ ਨਹੀਂ, ਵੱਡੀ ਮਸਲੀ ਛੋਟੀ ਮਸਲੀ ਦੱਬੀ ਬੈਠੀ ਹੈ। ਸਾਡੇ ਦਫ਼ਤਰਾਂ ਤੋਂ ਪਹਿਲਾਂ ਡਿਵੀਜ਼ਨ ਨੰਬਰ 3 ਆ, ਫੇਸ ਨੰਬਰ 1 'ਚ ਗੁਰਦੁਆਰਾ ਸਾਹਿਬ ਕੋਲ, ਉੱਥੇ ਪਹਿਲਾਂ ਫੋਨ ਆ ਗਿਆ ਸਾਨੂੰ ਕਲੈਰੀਕਲ ਸਟਾਫ ਨੂੰ। ਅਤੇ ਸਾਨੂੰ ਕਹਿੰਦੇ ਉੱਥੇ ਵੀ ਤੁਸੀਂ ਕੀ ਗੱਲ ਕੀਤੀ। ਅਸੀਂ ਸਰ ਐਂ ਪੁੱਛਿਆ ਜੀ ਵੀ ਸਰ ਜੇ ਸਰ ਬਿਮਾਰ ਆ ਤਾਂ ਵੀ ਉਹ ਛੁੱਟੀ ਲੈ ਲੈਣ, ਕਿਉਂ ਨਾਲੇ ਤਾਂ ਉਹ ਪ੍ਰੋਬਲਮ 'ਚ ਆ, ਨਾਲੇ ਲੋਕ ਪ੍ਰੋਬਲਮ 'ਚ ਆ, PHC ਸਾਹਿਬ ਹੋਰ ਡਿਊਟੀ ਲਾ ਦੇਣਗੇ। ਅਤੇ ਸਗੋਂ ਕਹਿੰਦੇ ਨਹੀਂ ਜੇ ਸਾਡੇ ਅਫਸਰ ਹੁੰਦੇ ਆ ਤੁਸੀਂ ਇਹ ਗੱਲ ਪੁੱਛਣੀ ਨਹੀਂ ਸੀ। ਨਹੀਂ, ਇਹ ਸਾਡਾ ਰਾਈਟ ਬਣਦਾ। ਆਈ ਐਮ ਏ ਇੰਡੀਅਨ ਸਿਟੀਜ਼ਨ, ਦਿਸ ਇਜ਼ ਮਾਈ ਰਾਈਟ। ਇਹ ਮੈਂ ਪੁੱਛ ਸਕਦਾ ਉਹਨੂੰ, ਕਿਉਂ ਨਹੀਂ ਪੁੱਛ ਸਕਦਾ? ਕਿਉਂ ਮੇਰੀ ਤਾਂ ਜੋਬ ਦਾ ਨੁਕਸਾਨ ਹੋ ਰਿਹਾ ਅਤੇ ਉਹ ਇੱਕ ਸਾਈਨ ਨਹੀਂ ਕਰ ਸਕਦੇ। ਜੋ ਨਹੀਂ ਸਾਈਨ ਕਰਨ ਜਵਾਬ ਉਹ SC ਸਾਹਿਬ ਨੂੰ ਲਿਖ ਕੇ ਦੇਣ ਵੀ ਇੱਥੇ ਬੰਦਾ ਕੋਈ ਅਪਾਇੰਟ ਹੋਰ ਕੀਤਾ ਜਾਵੇ ਭਾਈ, ਤਜਰਬਿਆਂ ਲਈ ਤਜਰਬੇ ਬਣਾ ਕੇ ਦਿੱਤੇ ਜਾਣ, ਬੰਦੇ ਆਦੇ ਪੋਸਟਾਂ ਪਰ ਨਹੀਂ, ਲੋਕਾਂ ਨੂੰ ਹੈਰਾਨ ਕਰਨਾ। ਸੋ ਦੱਸੋ ਦੋਸਤੋ ਤੁਹਾਨੂੰ ਦੀ ਪੇਸ਼ ਕਰ ਰਹੀ ਹੈ ਕਿਵੇਂ ਲੱਗੀ। ਹੁਣ ਸਾਨੂੰ ਆਗਿਆ ਬਖਸ਼ੋ। ਮੈਂ ਰਾਮ ਸਿੰਘ ਕਲਿਆਣ, ਸਾਂਝ ਪੰਜਾਬ TV ਲਈ, ਪਿੰਡ ਕਲਿਆਣ ਸੁੱਖਾ, ਜ਼ਿਲ੍ਹਾ ਬਠਿੰਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।